प्यारे विद्यार्थियों, ਜਿਹੜੇ ਬੱਚੇ ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅੰਦਰ 12ਵੀਂ ਕਲਾਸ ਵਿੱਚ ਹੋਏ ਹਨ, ਉਹਨਾਂ ਲਈ ਅੱਜ ਅਸੀਂ ਇੰਪੋਰਟ ਵਿਸ਼ੇ ਦਾ ਜਿਹੜਾ ਇਹ ਫਸਟ ਲੈਕਚਰ ਲੈ ਕੇ ਹਾਜ਼ਰ ਹੋਏ ਹਾਂ। ਪਹਿਲਾਂ ਮੈਂ ਤੁਹਾਨੂੰ ਇੰਪੋਰਟ ਬਾਰੇ ਦੱਸਾਂਗੀ। ਪਿਛਲੀ ਕਲਾਸ ਵਿੱਚ ਅਸੀਂ ਐਕਸਪੋਰਟ ਬਾਰੇ ਪੜ੍ਹਿਆ, ਨਿਰਯਾਤ। ਜਦੋਂ ਇੱਕ ਦੇਸ਼ ਦਾ ਵਪਾਰੀ ਦੂਸਰੇ ਦੇਸ਼ ਦੇ ਵਪਾਰੀ ਨੂੰ ਕੋਈ ਚੀਜ਼ਾਂ ਵੇਚਦਾ ਆ ਤਾਂ ਉਹਨੂੰ ਅਸੀਂ ਨਿਰਯਾਤ ਕਹਿੰਦੇ ਸੀ। ਇਹਦੇ ਬਾਰੇ ਤੁਸੀਂ ਸਾਰਾ ਕੁਝ ਪਿਛਲੀ ਕਲਾਸ 'ਚ ਪੜ੍ਹਿਆ। ਸਾਰੀਆਂ ਜਿਹੜੀਆਂ ਇਹ ਸਮਾਨ ਵੇਚਣ ਦੀਆਂ ਕੀ ਸ਼ਰਤਾਂ ਸੀ, ਕਿਵੇਂ ਸਰਕਾਰਾਂ ਦੀ ਮਨਜ਼ੂਰੀ ਲਈ ਸੀ, ਕਿਹੜੀ ਡਾਕੂਮੈਂਟੇਸ਼ਨ ਸੀ। ਬਟ ਇਸ ਕਲਾਸ ਦੇ ਵਿੱਚ ਅਸੀਂ ਸਾਰਾ ਕੁਝ ਇੰਪੋਰਟ ਦੇ ਬਾਰੇ ਪੜ੍ਹਾਂਗੇ, ਭਾਵ ਆਯਾਤ ਦੇ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਨਾਲ ਜਾਣੂ ਕਰਵਾਉਂਦੀ ਹਾਂ ਕਿ ਇੰਪੋਰਟ ਅਸਲ ਵਿੱਚ ਹੈ ਕੀ। ਆਮ ਸ਼ਬਦਾਂ ਵਿੱਚ ਜਦੋਂ ਅਸੀਂ ਆਯਾਤ ਦੀ ਗੱਲ ਕਰਦੇ ਹਾਂ, ਜਿਸ ਦਾ ਅਰਥ ਹੈ ਜਦੋਂ ਅਸੀਂ ਕੋਈ ਵਸਤੂ ਜਾਂ ਮਾਲ ਦੇਸ਼ ਤੋਂ ਬਾਹਰੋਂ ਭਾਵ ਕਿਸੇ ਹੋਰ ਦੇਸ਼ ਤੋਂ ਮੰਗਵਾਉਂਦੇ ਹਾਂ ਤਾਂ ਇਸ ਪ੍ਰਕਿਰਿਆ ਨੂੰ ਆਯਾਤ ਕਿਹਾ ਜਾਂਦਾ ਹੈ। ਮਤਲਬ ਜਦੋਂ ਸਾਡਾ ਦੇਸ਼ ਹੈ, ਜਿਹੜਾ ਸਾਡੇ ਦੇਸ਼ ਨੂੰ ਅਸੀਂ ਘਰੇਲੂ ਦੇਸ਼ ਕਹਾਂਗੇ, ਤੇ ਅਸੀਂ ਆਪਣੇ ਦੇਸ਼ ਵਿੱਚ ਬੈਠੇ ਹਾਂ ਤੇ ਅਸੀਂ ਬਾਹਰਲੇ ਦੇਸ਼ ਤੋਂ ਕੋਈ ਸਮਾਨ ਮੰਗਵਾਉਂਦੇ ਹਾਂ ਆਪਣੇ ਦੇਸ਼ ਦੇ ਅੰਦਰ, ਭਾਵ ਦੇਸ਼ ਦੀਆਂ ਜਿਹੜੀਆਂ ਅੰਤਰਰਾਸ਼ਟਰੀ ਹੱਦਾਂ ਆ ਉਹਦੇ ਬਾਹਰੋਂ ਸਮਾਨ ਮੰਗਵਾਉਂਦੇ ਹਾਂ ਤਾਂ ਉਸ ਨੂੰ ਅਸੀਂ ਆਯਾਤ ਕਹਿੰਦੇ ਹਾਂ। ਦੇਸ਼ ਦੇ ਬਾਹਰੋਂ ਕੁਝ ਮੰਗਵਾਉਣਾ ਅਤੇ ਆਪਣੇ ਦੇਸ਼ ਵਿੱਚ ਇਸ ਦਾ ਪਹੁੰਚਣਾ ਇਹ ਇੱਕ ਪੂਰੀ ਪ੍ਰਕਿਰਿਆ ਹੈ ਜਿਸ ਵਿੱਚ ਬਹੁਤ ਸਾਰੇ ਪਹਿਲੂ ਸ਼ਾਮਿਲ ਹੁੰਦੇ ਆ। ਬੱਚਿਓ, ਇਹ ਇੱਕ ਛੋਟੀ ਜਿਹੀ ਗੱਲ ਨਹੀਂ ਆ ਕਿ ਅਸੀਂ ਦੇਸ਼ 'ਚ ਬੈਠੇ ਹਾਂ ਤੇ ਦੂਸਰੇ ਦੇਸ਼ ਤੋਂ ਸਮਾਨ ਮੰਗਵਾ ਲਵਾਂਗੇ। ਇਹਦੇ ਵਿੱਚ ਬਹੁਤ ਸਾਰੇ ਛੋਟੇ ਸਟੈਪ ਹੈਗੇ ਆ ਜਿਹਦੇ ਨਾਲ ਇਹ ਇੱਕ ਪੂਰੀ ਪ੍ਰਕਿਰਿਆ ਬਣਦੀ ਆ, ਜਿਹੜੇ ਅਸੀਂ ਅੱਗੇ ਤੁਹਾਨੂੰ ਸਾਰੇ ਐਕਸਪਲੇਨ ਕਰਾਂਗੇ। ਇੱਕ ਦੇਸ਼ ਦਾ ਵਪਾਰੀ ਦੂਸਰੇ ਦੇਸ਼ ਦੇ ਵਪਾਰੀ ਤੋਂ ਇਹ ਸਮਾਨ ਖਰੀਦਦਾ ਹੈ ਜਿਸ ਵਿੱਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਿਮਤੀ ਲਈ ਜਾਂਦੀ ਹੈ। ਫਿਰ ਇਹ ਸਮਾਨ ਥਲ, ਜਲ ਜਾਂ ਹਵਾਈ ਰਸਤੇ ਤੋਂ ਇੱਕ ਦੇਸ਼ ਵਿੱਚ ਦੂਸਰੇ ਦੇਸ਼ ਤੋਂ ਕਾਫੀ ਦਿਨਾਂ ਦੇ ਸਮੇਂ ਤੋਂ ਬਾਅਦ ਪਹੁੰਚਦਾ ਹੈ। ਭਾਵ ਜਦੋਂ ਸਾਡੇ ਦੇਸ਼ ਦੇ ਵਪਾਰੀ ਬਾਹਰਲੇ ਕਿਸੇ ਦੇਸ਼ ਤੋਂ ਇਹ ਸਮਾਨ ਮੰਗਵਾਉਂਦੇ ਆ ਤੇ ਦੋਨਾਂ ਧਿਰਾਂ ਦੇ ਵਪਾਰੀਆਂ ਨੂੰ ਆਪਣੇ ਦੇਸ਼ ਦੀ ਸਰਕਾਰ ਤੋਂ ਇਹ ਸਮਾਨ ਨੂੰ ਭੇਜਣ ਤੇ ਆਪਣੇ ਦੇਸ਼ ਦੀ ਸਰਕਾਰ ਨੂੰ ਇਹ ਸਮਾਨ ਨੂੰ ਖਰੀਦਣ ਵਿੱਚ ਸਹਿਮਤੀ ਲੈਣੀ ਪੈਂਦੀ ਹੈ। ਫਿਰ ਇਹ ਸਮਾਨ ਕਿਸ ਰਸਤੇ ਤੋਂ ਜਾਵੇਗਾ, ਭਾਵ ਥਲ, ਬੱਸ, ਟ੍ਰੇਨ ਜਾਂ ਜਲ ਰਸਤਾ, ਮਤਲਬ ਸ਼ਿਪ ਦੇ ਥਰੂ, ਜਾਂ ਹਵਾਈ ਰਸਤੇ ਭਾਵ ਜਹਾਜ਼ਾਂ ਦੇ ਵਿੱਚ ਇਹ ਕਿਸ ਰਸਤੇ ਤੋਂ ਹੋ ਕੇ ਆਏਗਾ, ਇਹ ਵੀ ਦੇਖਣਾ ਪੈਂਦਾ ਹੈ ਇਹਦੇ ਵਿੱਚ। ਤੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਪਹੁੰਚਣ ਲਈ ਤੇ ਇਹ ਸਾਰੀ ਪ੍ਰਕਿਰਿਆ ਨੂੰ ਕਾਫੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਇਹ ਦਿਨ 20, 40, 60 ਮਤਲਬ ਕਿੰਨੇ ਵੀ ਹੋ ਸਕਦੇ ਆ। ਉਹਨੂੰ ਆਪਾਂ ਕੁਝ ਸਪੈਸੀਫਿਕ ਨਹੀਂ ਕਹਿ ਸਕਦੇ ਕਿ 10 ਦਿਨ ਹੀ ਲੱਗਦੇ ਆ ਜਾਂ 20 ਦਿਨ ਹੀ ਲੱਗਦੇ ਆ ਜਾਂ 30 ਦਿਨ ਹੀ ਲੱਗਦੇ ਆ। ਇਹ ਪੂਰੀ ਇੱਕ ਪ੍ਰਕਿਰਿਆ ਹੈ, ਠੀਕ ਹੈ। ਇਹ ਪੂਰੀ ਇੱਕ ਸਟੈਪ ਬਾਏ ਸਟੈਪ ਪ੍ਰਕਿਰਿਆ ਆ ਜਿਹੜੀ ਸਾਨੂੰ ਫੋਲੋ ਕਰਨੀ ਪੈਂਦੀ ਹੈ। ਹੋਪ ਤੁਹਾਨੂੰ ਇੰਪੋਰਟ ਭਾਵ ਆਯਾਤ ਬਾਰੇ ਪੂਰੀ ਜਾਣਕਾਰੀ ਹੋ ਗਈ ਹੋਵੇਗੀ।
ਬੱਚਿਓ, ਜੋ ਮੈਂ ਆਯਾਤ ਬਾਰੇ ਦੱਸਿਆ ਉਹ ਮੈਂ ਤੁਹਾਨੂੰ ਇਸ ਲਈ ਦੱਸਿਆ ਕਿ ਜੇ ਤੁਹਾਨੂੰ ਇੰਪੋਰਟ ਬਾਰੇ ਭਾਵ ਆਯਾਤ ਬਾਰੇ ਪਤਾ ਹੋਏਗਾ ਤਾਂ ਹੀ ਤੁਸੀਂ ਇਹਦੇ ਜਿਹੜੇ ਆ ਮੇਨ ਟੌਪਿਕ ਆ ਉਹਨਾਂ ਨੂੰ ਸਮਝ ਸਕੋਗੇ। ਸਾਡਾ ਅਸਲੀ ਟੌਪਿਕ ਜਿਹੜਾ ਆ ਉਹ ਹੁਣ ਸਟਾਰਟ ਹੁੰਦਾ ਹੈ। ਮੀਨਿੰਗ ਆਫ ਇੰਡੀਅਨ ਇੰਪੋਰਟ ਭਾਵ ਭਾਰਤੀ ਆਯਾਤ ਦਾ ਅਰਥ। ਅਸੀਂ ਸਾਡੇ ਸਿਲੇਬਸ ਦੇ ਵਿੱਚ ਸਾਰੀ ਗੱਲਬਾਤ ਜੋ ਕੀਤੀ ਗਈ ਆ ਉਹ ਭਾਰਤੀ ਆਯਾਤ ਬਾਰੇ ਕੀਤੀ ਗਈ ਆ ਕਿ ਭਾਰਤ ਬਾਹਰਲੇ ਦੇਸ਼ਾਂ ਤੋਂ ਕੀ ਆਯਾਤ ਕਰਦਾ ਹੈ, ਜੋ ਉਹ ਚੀਜ਼ਾਂ ਆਯਾਤ ਕਰਦਾ ਹੈ ਉਹ ਕਿਸ ਦੁਆਰਾ ਆਯਾਤ ਕੀਤੀਆਂ ਜਾਂਦੀਆਂ, ਉਹਦੇ ਵਿੱਚ ਕਿਹੜੇ ਫਾਰਮੈਲਿਟੀਜ਼ ਭਾਵ ਪੇਪਰ ਵਰਕ ਕੀਤਾ ਜਾਂਦਾ। ਇਹ ਸਾਰਾ ਕੁਝ ਅਸੀਂ ਇਸ ਕਲਾਸ ਦੇ ਵਿੱਚ ਇੰਪੋਰਟ ਦੇ ਅੰਡਰ ਪੜਾਂਗੇ। ਕਸਟਮ ਐਕਟ 1962 ਦੇ ਅਨੁਸਾਰ ਭਾਰਤ ਦੇ ਬਾਹਰੋਂ ਕੋਈ ਚੀਜ਼ ਭਾਰਤ ਦੇ ਅੰਦਰ ਲੈ ਕੇ ਆਉਣਾ ਇਸ ਨੂੰ ਆਯਾਤ ਕਹਿੰਦੇ ਆ। ਭਾਵ ਕਸਟਮ ਐਕਟ ਜਿਹੜਾ 1962 ਆ ਉਹਦੇ ਅਨੁਸਾਰ ਅਸੀਂ ਜਦੋਂ ਭਾਰਤ ਦੇ ਬਾਹਰੋਂ ਕੋਈ ਵੀ ਚੀਜ਼ ਭਾਰਤ ਦੇ ਅੰਦਰ ਲੈ ਕੇ ਆਉਂਦੇ ਆ ਤਾਂ ਉਹਨੂੰ ਅਸੀਂ ਇੰਡੀਅਨ ਇੰਪੋਰਟ ਜਾਂ ਭਾਰਤੀ ਆਯਾਤ ਕਹਿੰਦੇ ਹਾਂ। ਲਿਆਂਦੇ ਗਏ ਉਤਪਾਦ ਨੂੰ ਆਯਾਤ ਉਤਪਾਦ ਕਹਿੰਦੇ ਹਨ। ਭਾਵ ਜਿਹੜੀ ਚੀਜ਼ ਸਾਡੇ ਦੇਸ਼ ਵਿੱਚ ਲਿਆਂਦੀ ਗਈ ਹੈ, ਜਿਹਦਾ ਆਯਾਤ ਕੀਤਾ ਗਿਆ ਆ, ਉਸ ਚੀਜ਼ ਨੂੰ, ਉਸ ਵਸਤੂ ਨੂੰ, ਉਸ ਉਤਪਾਦ ਨੂੰ ਆਯਾਤ ਉਤਪਾਦ ਕਹਿੰਦੇ ਹਨ। ਇਹਨਾਂ ਉਤਪਾਦਾਂ ਵਿੱਚ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਸ਼ਾਮਲ ਨਹੀਂ ਹਨ। ਭਾਵ ਜਿਹੜੀਆਂ ਅਸੀਂ ਆਪਣੇ ਘਰੇਲੂ ਜੀਵਨ ਵਿੱਚ ਚੀਜ਼ਾਂ ਦੀ ਕੰਜ਼ੰਪਸ਼ਨ ਕਰਦੇ ਹਾਂ ਉਹ ਇਹਦੇ ਵਿੱਚ ਸ਼ਾਮਿਲ ਨਹੀਂ ਹਨ। ਇੱਕ ਆਯਾਤਕਾਰ ਇੱਕ ਦੇਸ਼, ਇੱਕ ਫਰਮ ਜਾਂ ਵਿਅਕਤੀ ਹੁੰਦਾ ਹੈ ਜੋ ਆਪਣੇ ਦੇਸ਼ ਵਿੱਚ ਵਰਤੋਂ ਲਈ ਦੂਜੇ ਦੇਸ਼ ਤੋਂ ਵਸਤੂਆਂ ਮੰਗਵਾਉਂਦਾ ਹੈ। ਭਾਵ ਜੋ ਵਪਾਰੀ ਇਹ ਵਸਤੂਆਂ ਦੂਸਰੇ ਦੇਸ਼ ਤੋਂ ਮੰਗਵਾਉਂਦਾ ਹੈ ਉਹਨੂੰ ਆਯਾਤਕਾਰ ਭਾਵ ਇੰਪੋਰਟਰ ਕਹਿੰਦੇ ਹਨ। ਇਹ ਜਿਹੜਾ ਇੰਪੋਰਟਰ ਆ ਇਹ ਇੱਕ ਦੇਸ਼ ਵੀ ਹੋ ਸਕਦਾ ਹੈ, ਇਹ ਇੱਕ ਕੰਪਨੀ ਫਰਮ ਵੀ ਹੋ ਸਕਦੀ ਹੈ, ਜਾਂ ਇਹ ਕੋਈ ਇੱਕ ਵਿਅਕਤੀ ਵੀ ਹੋ ਸਕਦਾ ਹੈ ਜੋ ਇੰਪੋਰਟਰ ਹੋਵੇ, ਜੋ ਇੰਪੋਰਟਰ ਹੈ। ਠੀਕ ਹੈ। ਆਪਣੇ ਦੇਸ਼ ਵਿੱਚ ਵਰਤੋਂ ਲਈ ਮਤਲਬ ਸਾਡੇ ਦੇਸ਼ ਵਿੱਚ ਉਸ ਚੀਜ਼ ਦੀ ਵਰਤੋਂ ਕਰਨ ਲਈ ਜ਼ਰੂਰਤ ਹੈ, ਇਸ ਲਈ ਇਹ ਵਸਤਾਂ ਉਹ ਇੰਪੋਰਟਰ ਦੂਸਰੇ ਦੇਸ਼ ਦੇ ਵਿੱਚੋਂ ਮੰਗਵਾਉਂਦਾ ਹੈ। ਜਦੋਂ ਅਸੀਂ ਭਾਰਤੀ ਆਯਾਤ ਦੀ ਗੱਲ ਕਰਦੇ ਹਾਂ ਤਾਂ ਭਾਰਤ 140 ਦੇਸ਼ਾਂ ਤੋਂ 6000 ਦੇ ਲਗਭਗ ਵਸਤਾਂ ਆਯਾਤ ਕਰਦਾ ਹੈ। ਭਾਵ ਭਾਰਤ ਬਹੁਤ ਹੀ ਵੱਡੇ ਸਕੇਲ ਤੇ ਭਾਵ 140 ਦੇਸ਼ਾਂ ਤੋਂ ਲਗਭਗ 60000 ਦੇ ਕਰੀਬ ਉਤਪਾਦ ਜਿਹੜੇ ਆ ਉਹ ਆਯਾਤ ਕਰਦਾ ਹੈ। ਮੀਨਿੰਗ ਆਫ ਇੰਡੀਅਨ ਇੰਪੋਰਟ ਭਾਰਤੀ ਆਯਾਤ ਦਾ ਅਰਥ ਅਸੀਂ ਪੜ੍ਹ ਰਹੇ ਹਾਂ, ਜਿਸ ਦਾ ਜੋ ਪਹਿਲੀ ਸਲਾਈਡ ਸੀ ਉਹਦੇ ਨਾਲ ਹੀ ਅਗਲਾ ਪੁਆਇੰਟ ਹੈ ਬੇਟਾ। ਵਿਸ਼ਵ ਵਪਾਰ ਸੰਗਠਨ ਅਨੁਸਾਰ ਵਪਾਰਕ ਸੇਵਾਵਾਂ ਆਯਾਤ ਲਈ ਭਾਰਤ ਨੂੰ 6ਵਾਂ ਸਥਾਨ ਪ੍ਰਾਪਤ ਹੈ। ਮਤਲਬ ਜਿਹੜਾ ਵਿਸ਼ਵ ਵਪਾਰ ਸੰਗਠਨ ਹੈ ਉਹਨੇ ਭਾਰਤ ਨੂੰ 6ਵਾਂ ਦਰਜਾ ਦਿੱਤਾ ਹੈ, ਜਿਹੜਾ ਕਿ ਬਾਹਰਲੇ ਦੇਸ਼ਾਂ ਤੋਂ ਸੇਵਾਵਾਂ ਆਯਾਤ ਕਰਦਾ ਹੈ। ਭਾਰਤ ਦੇ ਮੁੱਖ ਆਯਾਤ ਜਿਹੜੀਆਂ ਮੁੱਖ ਚੀਜ਼ਾਂ ਭਾਰਤ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਵਿੱਚ ਭਾਰਤ ਦੇ ਵਿੱਚ ਆਯਾਤ ਕਰਦਾ ਹੈ ਉਹਨਾਂ ਦੀ ਮੈਂ ਇੱਕ ਲਿਸਟ ਨਾਲ ਦਿੱਤੀ ਹੈ ਤਾਂ ਜੋ ਤੁਹਾਨੂੰ ਇਹ ਸਮਝਣਾ ਸੌਖਾ ਹੋ ਜਾਵੇ ਕਿ ਭਾਰਤ ਬਾਹਰਲੇ ਦੇਸ਼ਾਂ ਤੋਂ ਕੀ ਖਰੀਦਦਾ ਹੈ। ਇਸ ਵਿੱਚ ਸ਼ਾਮਿਲ ਹੈ ਖਣਿਜ ਬਾਲਣ, ਰਤਨ ਤੇ ਕੀਮਤੀ ਧਾਤਾਂ, ਬਿਜਲਈ ਮਸ਼ੀਨਰੀ, ਬਿਜਲਈ ਉਪਕਰਨ, ਪਲਾਸਟਿਕ ਅਤੇ ਪਲਾਸਟਿਕ ਦੀਆਂ ਵਸਤਾਂ, ਜੈਵਿਕ ਰਸਾਇਣ, ਲੋਹਾ ਅਤੇ ਸਟੀਲ, ਜਾਨਵਰ, ਸਬਜ਼ੀ, ਚਰਬੀ, ਤੇਲ, ਮੋਮ, ਮੈਡੀਕਲ, ਆਪਟੀਕਲ ਅਤੇ ਤਕਨੀਕੀ ਉਪਕਰਨ, ਖਾਦਾਂ ਆਦਿ।
ਦੇਸ਼ਾਂ ਦੀ ਸੂਚੀ ਜਿਨ੍ਹਾਂ ਨੂੰ ਭਾਰਤ ਆਯਾਤ ਕਰਦਾ ਹੈ, ਮਤਲਬ ਜਿਹੜੇ 140 ਦੇਸ਼ਾਂ ਨੂੰ 6000 ਵਸਤਾਂ ਜਿਹੜੀਆਂ ਲਗਭਗ ਭਾਰਤ ਆਯਾਤ ਕਰਦਾ ਹੈ। ਭਾਰਤ ਜਿਹੜੇ ਦੇਸ਼ਾਂ ਕੋਲੋਂ ਇਹ ਚੀਜ਼ਾਂ ਆਯਾਤ ਕਰਦਾ ਹੈ, ਭਾਵ ਖਰੀਦਦਾ ਹੈ, ਉਹਨਾਂ ਦੇਸ਼ਾਂ ਦੀ ਸੂਚੀ ਵਿੱਚੋਂ ਮੈਂ ਕੁਝ ਜਿਹੜੇ ਫੇਮਸ ਨਾਂ ਨੇ ਜਿਨ੍ਹਾਂ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ, ਮੈਂ ਉਹ ਚੱਕੇ ਨੇ। ਪਹਿਲੇ ਨੰਬਰ 'ਤੇ ਹੈ ਚੀਨ। ਭਾਰਤ ਚੀਨ ਤੋਂ ਬਹੁਤ ਵੱਡੇ ਸਕੇਲ 'ਤੇ ਜਿਹੜੀਆਂ ਚੀਜ਼ਾਂ ਖਰੀਦਦਾ ਹੈ, ਆਯਾਤ ਕਰਦਾ ਹੈ। ਯੂਨਾਈਟਿਡ ਸਟੇਟ ਅਮਰੀਕਾ, ਯੂਨਾਈਟਿਡ ਅਰਬ ਐਮੀਰੇਟਸ, ਸਾਊਦੀ ਅਰਬ, ਸਵਿਟਜ਼ਰਲੈਂਡ, ਜਰਮਨੀ, ਹਾਂਗਕਾਂਗ, ਇੰਡੋਨੇਸ਼ੀਆ, ਸਾਊਥ ਕੋਰੀਆ, ਮਲੇਸ਼ੀਆ, ਨਾਈਜੀਰੀਆ, ਸਿੰਗਾਪੁਰ, ਬੈਲਜੀਅਮ, ਕਤਰ, ਜਾਪਾਨ, ਇਰਾਕ, ਕੁਵੈਤ, ਇੰਗਲੈਂਡ, ਈਰਾਨ, ਆਸਟ੍ਰੇਲੀਆ, ਵੈਨਜ਼ੂਏਲਾ, ਸਾਊਥ ਅਮਰੀਕਾ। ਸੋ ਬੇਟਾ ਇਹ 22 ਦੇਸ਼ ਨੇ ਮੇਨ ਮੁੱਖ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਲਿਸਟ ਵਿੱਚੋਂ ਜਿਹੜੇ ਮੇਨ ਮੈਂ ਚੱਕੇ ਨੇ ਤਾਂ ਜੋ ਤੁਹਾਡੇ ਟਿਪਸ 'ਤੇ ਇਹ ਨਾਂ ਜਿਹੜੇ ਆ ਉਹ ਚੜ੍ਹ ਜਾਣ। ਜੇ ਤੁਸੀਂ ਇਹਨਾਂ ਨੂੰ ਪੜ੍ਹੋਗੇ ਤਾਂ ਤੁਹਾਨੂੰ ਇਹ ਕੁਛ ਨਾਂ ਯਾਦ ਰਹਿਣਗੇ। ਠੀਕ ਹੈ ਬੱਚਿਓ, ਅੱਜ ਜਿਹੜਾ ਸਾਡਾ ਫਸਟ ਟੌਪਿਕ ਹੈ ਉਹ ਪੂਰਾ ਹੋ ਗਿਆ ਹੈ। ਮੈਂ ਨੈਕਸਟ ਜਿਹੜੀ ਤੁਹਾਡਾ ਸੈਕਿੰਡ ਟੌਪਿਕ ਹੈ ਉਹ ਫੋਰਨ ਟ੍ਰੇਡ ਹੈ, ਉਹਦੀ ਵੀਡੀਓ ਮੈਂ ਲੈ ਕੇ ਜਲਦ ਹਾਜ਼ਰ ਹੋਵਾਂਗੀ। ਅਤੇ ਅੱਜ ਤੁਹਾਨੂੰ ਇਹ ਜੋ ਮੈਂ ਸਾਰੀ ਸਲਾਈਡਸ ਸਮਝਾਈਆਂ ਨੇ, ਇਹਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਔਰ ਇੱਕ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਔਰ ਇਹ ਜਿਹੜਾ ਬੇਟਾ ਤੁਹਾਡਾ 12ਵੀਂ ਕਲਾਸ ਜਿਹੜੀ ਹੈ, ਘਰ ਬੈਠਣ ਦੇ ਕਾਰਨ ਇਹਨੂੰ ਤੁਹਾਡੇ ਸਿਲੇਬਸ ਨੂੰ ਅੱਗੇ ਤੋਰਨ ਵਿੱਚ ਥੋੜ੍ਹੀ ਜਿਹੀ ਦਿੱਕਤ ਹੋ ਰਹੀ ਆ, ਕਿਉਂਕਿ ਸਾਡੇ ਕੋਲ ਤੁਹਾਡਾ ਸਿਲੇਬਸ ਹੁਣੇ ਪਹੁੰਚਿਆ। ਔਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਜਲਦ ਤੋਂ ਜਲਦ ਤੁਹਾਨੂੰ ਸਾਰੀਆਂ ਵੀਡੀਓਜ਼ ਮੈਂ ਪਹੁੰਚਦੀਆਂ ਕਰਾਂ, ਤਾਂ ਜੋ ਤੁਸੀਂ ਇਹ ਜਿਹੜਾ ਸਾਰਾ ਸਿਲੇਬਸ ਆ ਹੌਲੀ ਹੌਲੀ ਪੂਰਾ ਕਰ ਲਓ। ਅਤੇ ਜਲਦ ਹੀ ਮੈਂ ਸੈਕਿੰਡ ਜਿਹੜਾ ਤੁਹਾਡਾ ਟੌਪਿਕ ਹੈ ਫੋਰਨ ਟ੍ਰੇਡ, ਉਹ ਲੈ ਕੇ ਮੈਂ ਹਾਜ਼ਰ ਹੋਵਾਂਗੀ। ਤਦ ਤੱਕ ਲਈ ਧੰਨਵਾਦ।